ਸਕੂਲ ਦੇ ਇਸ YouTube ਚੈਨਲ 'ਤੇ ਆਪ ਸਭ ਜੀ ਦਾ ਸਵਾਗਤ ਕਰਦੇ ਹਾਂ। ਅੱਜ ਦੀ ਇਸ ਵੀਡੀਓ ਦੇ ਵਿੱਚ ਆਪਾਂ ਪੜ੍ਹਾਂਗੇ ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਮੁੱਢਲੇ ਜੀਵਨ ਬਾਰੇ। ਕਿਸ ਤਰ੍ਹਾਂ ਪਟਨਾ ਵਿਖੇ ਉਹਨਾਂ ਦਾ ਜਨਮ ਹੋਇਆ, ਕਿਸ ਤਰ੍ਹਾਂ ਉਹਨਾਂ ਦੀ ਦਸਤਾਰਬੰਦੀ ਹੋਈ, ਸਿੱਖਿਆ ਦਾ ਕੀ ਉਹਨਾਂ ਦਾ ਪ੍ਰਬੰਧ ਸੀ ਔਰ ਕਿਸ ਤਰ੍ਹਾਂ ਉਹਨਾਂ ਦਾ ਬਚਪਨ ਜਿਹੜਾ ਹੈ ਉਹ ਮੁਸ਼ਕਲਾਂ ਦੇ ਵਿੱਚ ਬੀਤਿਆ। ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਅਤੇ ਆਖਰੀ ਗੁਰੂ ਸਨ। 1675 ਈਸਵੀ ਤੋਂ 1708 ਈਸਵੀ ਤੱਕ ਉਹਨਾਂ ਦਾ ਗੁਰੂ ਕਾਲ ਸਿੱਖ ਇਤਿਹਾਸ ਵਿੱਚ ਅਤਿਅੰਤ ਮਹੱਤਵਪੂਰਨ ਹੈ। ਗੁਰੂ ਨਾਨਕ ਦੇਵ ਜੀ ਨੇ ਸਿੱਖ ਧਰਮ ਦੀ ਸਥਾਪਨਾ ਦਾ ਕਾਰਜ ਆਰੰਭ ਕੀਤਾ ਸੀ ਅਤੇ ਉਹਨਾਂ ਦੇ 8 ਉੱਤਰਾਧਿਕਾਰੀਆਂ ਦੇ ਸਮੇਂ ਵਿੱਚ ਇਸ ਦਾ ਪਰਿਸਥਿਤੀਆਂ ਦੇ ਅਨੁਸਾਰ ਹੌਲੀ-ਹੌਲੀ ਵਿਕਾਸ ਤੇ ਵਿਸਤਾਰ ਹੁੰਦਾ ਰਿਹਾ। ਪਰੰਤੂ ਇਸ ਕਾਰਜ ਨੂੰ ਸੰਪੂਰਨ ਕਰਨ ਵਾਲੇ 10ਵੇਂ ਗੁਰੂ ਗੋਬਿੰਦ ਸਿੰਘ ਸਾਹਿਬ ਹੀ ਸਨ। ਉਹਨਾਂ ਨੇ 1699 ਈਸਵੀ ਵਿੱਚ ਖਾਲਸਾ ਦੀ ਸਾਜਨਾ ਕਰਕੇ ਸਿੱਖ ਧਰਮ ਨੂੰ ਅੰਤਿਮ ਰੂਪ ਪ੍ਰਦਾਨ ਕੀਤਾ। ਇਸ ਦੇ ਫਲਸਵਰੂਪ ਉਹਨਾਂ ਨੇ ਸਿੱਖਾਂ ਵਿੱਚ ਵਿਸ਼ੇਸ਼ ਦਲੇਰੀ, ਬਹਾਦਰੀ ਅਤੇ ਏਕਤਾ ਦੀਆਂ ਭਾਵਨਾਵਾਂ ਉਤਪੰਨ ਕਰ ਦਿੱਤੀਆਂ। ਸੀਮਤ ਸਾਧਨਾਂ ਅਤੇ ਬਹੁਤ ਥੋੜ੍ਹੇ ਸਿੱਖ ਸੈਨਿਕਾਂ ਦੀ ਸਹਾਇਤਾ ਨਾਲ ਉਹ ਕਈ ਵਰ੍ਹਿਆਂ ਤੱਕ ਮੁਗਲ ਸਮਰਾਟ ਦੀਆਂ ਵਿਸ਼ਾਲ ਸੈਨਾਵਾਂ ਦਾ ਸਫਲਤਾਪੂਰਵਕ ਵਿਰੋਧ ਕਰਦੇ ਰਹੇ। ਆਪਣੇ ਦੇਹਾਂਤ ਤੋਂ ਪਹਿਲਾਂ 10ਵੇਂ ਗੁਰੂ ਸਾਹਿਬ ਨੇ ਗੁਰੂ ਸੰਸਥਾ ਦਾ ਅੰਤ ਕਰਦਿਆਂ ਹੋਇਆਂ ਗੁਰੂ ਦੀ ਸ਼ਕਤੀ ਗੁਰੂ ਗ੍ਰੰਥ ਸਾਹਿਬ ਅਤੇ ਖਾਲਸਾ ਵਿੱਚ ਵੰਡ ਦਿੱਤੀ। ਤਾਂ ਗੁਰੂ ਗੋਬਿੰਦ ਸਿੰਘ ਜੀ ਸਿੱਖਾਂ ਦੇ 10ਵੇਂ ਗੁਰੂ ਸਨ। ਦਸ਼ਮ ਪਾਤਸ਼ਾਹ ਅਸੀਂ ਉਹਨਾਂ ਨੂੰ ਕਹਿੰਦੇ ਹਾਂ। ਬਹਾਦਰੀ, ਦਲੇਰੀ ਦੀ ਉਹ ਮਿਸਾਲ ਸਨ। ਇੱਕ ਮਹਾਨ ਸੰਗਠਨਕਰਤਾ ਸਨ, ਇੱਕ ਮਹਾਨ ਅਧਿਆਤਮਿਕ ਗੁਰੂ ਸਨ, ਧਰਮ ਦੇ ਰਾਖੇ ਸੀ ਔਰ ਕੌਮ ਨੂੰ ਇੱਕ ਕਰਨ ਵਾਲੇ ਮਹਾਨ ਸੰਗਠਨਕਰਤਾ ਸਨ। ਸਭ ਤੋਂ ਪਹਿਲਾਂ ਉਹਨਾਂ ਦੇ ਮੁੱਢਲੇ ਜੀਵਨ ਬਾਰੇ ਆਪਾਂ ਪੜ੍ਹਦੇ ਹਾਂ। ਜਨਮ ਅਤੇ ਮਾਤਾ ਪਿਤਾ। ਗੁਰੂ ਗੋਬਿੰਦ ਸਿੰਘ ਜੀ ਦਾ ਜਨਮ 22 ਦਸੰਬਰ 1666 ਈਸਵੀ ਨੂੰ ਪਟਨਾ ਯਾਨੀ ਆਧੁਨਿਕ ਬਿਹਾਰ ਦੀ ਰਾਜਧਾਨੀ ਉੱਥੇ ਹੋਇਆ। ਉਹ 9ਵੇਂ ਗੁਰੂ ਤੇਗ ਬਹਾਦਰ ਜੀ ਦੀ ਇਕਲੌਤੀ ਸੰਤਾਨ ਸਨ। ਉਹਨਾਂ ਦੀ ਮਾਤਾ ਦਾ ਨਾਂ ਗੁਜਰੀ ਜੀ ਸੀ। ਉਸ ਸਮੇਂ ਗੁਰੂ ਤੇਗ ਬਹਾਦਰ ਜੀ ਭਾਰਤ ਦੇ ਪੂਰਬੀ ਪ੍ਰਦੇਸ਼ਾਂ ਦੀ ਯਾਤਰਾ ਕਰ ਰਹੇ ਸਨ। ਆਪਣੀ ਪਤਨੀ ਗੁਜਰੀ ਜੀ, ਮਾਤਾ ਨਾਨਕੀ ਜੀ ਅਤੇ ਆਪਣੇ ਸਾਲੇ ਕਿਰਪਾਲ ਚੰਦ ਨੂੰ ਪਟਨਾ ਵਿਖੇ ਵਿੱਚ ਹੀ ਉੱਥੋਂ ਦੀ ਸੰਗਤ ਦੀ ਦੇਖਭਾਲ ਵਿੱਚ ਛੱਡ ਕੇ ਗੁਰੂ ਸਾਹਿਬ ਆਪ ਢਾਕਾ ਵੱਲ ਚਲੇ ਗਏ ਅਤੇ ਜਾਣ ਤੋਂ ਪਹਿਲਾਂ ਇਹ ਕਹਿ ਗਏ ਸਨ ਕਿ ਜੇ ਈਸ਼ਵਰ ਦੀ ਕਿਰਪਾ ਨਾਲ ਉਹਨਾਂ ਦੇ ਘਰ ਪੁੱਤਰ ਦਾ ਜਨਮ ਹੋਇਆ ਤਾਂ ਉਸ ਦਾ ਨਾਂ ਗੋਬਿੰਦ ਦਾਸ ਰੱਖਿਆ ਜਾਵੇ। ਉਹਨਾਂ ਦਾ ਪਹਿਲਾ ਨਾਂ ਗੋਬਿੰਦ ਦਾਸ ਜਾਂ ਗੋਬਿੰਦ ਰਾਏ ਰੱਖਿਆ ਗਿਆ। ਖਾਲਸਾ ਦੀ ਸਿਰਜਣਾ ਉਪਰੰਤ ਉਹਨਾਂ ਨੂੰ ਗੋਬਿੰਦ ਸਿੰਘ ਜੀ ਦੇ ਨਾਮ ਨਾਲ ਬੁਲਾਇਆ ਜਾਣ ਲੱਗਿਆ। ਕਿਹਾ ਜਾਂਦਾ ਹੈ ਕਿ ਸੈਯਦ ਭੀਖਣ ਸ਼ਾਹ ਨਾਮਕ ਮੁਸਲਿਮ ਫਕੀਰ ਕੁੜਾਮ, ਜਿਹੜਾ ਕਿ ਜ਼ਿਲ੍ਹਾ ਪਟਿਆਲਾ ਵਿੱਚ ਹੈ, ਤੋਂ ਪਟਨਾ ਵਿਖੇ ਨਵ ਜਨਮੇ ਬੱਚੇ ਦੇ ਦਰਸ਼ਨ ਕਰਨ ਲਈ ਗਏ ਸਨ ਅਤੇ ਉਸ ਨੇ ਭਵਿੱਖਬਾਣੀ ਕੀਤੀ ਸੀ ਕਿ ਇਹ ਬਾਲਕ ਇੱਕ ਮਹਾਨ ਪੈਗੰਬਰ ਬਣੇਗਾ। ਇਹ ਤਾਂ ਜਨਮ ਔਰ ਮਾਤਾ ਪਿਤਾ। ਔਰ ਅਗਲਾ ਹੈ ਪਟਨਾ ਵਿਖੇ ਬਚਪਨ, ਕਿਉਂਕਿ ਉੱਥੇ ਹੀ ਉਹਨਾਂ ਦਾ ਜਨਮ ਹੋਇਆ ਸੀ ਪਟਨਾ ਵਿਖੇ, ਤਾਂ ਉਹਨਾਂ ਦਾ ਜਿਹੜਾ ਬਚਪਨ ਹੈ ਉੱਥੇ ਹੀ ਗੁਜ਼ਰਿਆ। ਕਿਸ ਤਰ੍ਹਾਂ? ਗੋਬਿੰਦ ਰਾਏ ਨੇ ਆਪਣੇ ਜੀਵਨ ਦੇ ਪਹਿਲੇ 5 ਵਰ੍ਹੇ ਪਟਨਾ ਵਿਖੇ ਹੀ ਗੁਜ਼ਾਰੇ। ਦੱਸਿਆ ਜਾਂਦਾ ਹੈ ਕਿ ਬਚਪਨ ਵਿੱਚ ਹੀ ਉਹ ਅਜਿਹੀਆਂ ਖੇਡਾਂ ਖੇਡਿਆ ਕਰਦੇ ਸਨ ਜਿਨ੍ਹਾਂ ਤੋਂ ਉਹਨਾਂ ਦੇ ਇੱਕ ਮਹਾਨ ਨੇਤਾ ਬਣਨ ਦੇ ਲੱਛਣ ਸਾਫ਼ ਦਿਖਾਈ ਦਿੰਦੇ ਸਨ। ਉਹ ਆਪਣੇ ਸਾਥੀਆਂ ਦੀਆਂ ਦੌੜਾਂ ਤੇ ਕੁਸ਼ਤੀਆਂ ਕਰਵਾਇਆ ਕਰਦੇ ਸਨ ਅਤੇ ਆਪ ਵੀ ਉਹਨਾਂ ਵਿੱਚ ਹਿੱਸਾ ਲੈਂਦੇ ਸਨ। ਇਹ ਵੀ ਕਿਹਾ ਜਾਂਦਾ ਹੈ ਕਿ ਹੋਰ ਬੱਚਿਆਂ ਨੂੰ 2 ਵਿਰੋਧੀ ਜੱਥਿਆਂ ਵਿੱਚ ਵੰਡ ਕੇ ਉਹਨਾਂ ਵਿੱਚ ਨਕਲੀ ਯੁੱਧ ਕਰਵਾਇਆ ਕਰਦੇ ਸਨ। ਆਪਣੇ ਸਾਥੀਆਂ ਦੇ ਝਗੜੇ ਨਿਪਟਾਉਣ ਲਈ ਉਹ ਬਕਾਇਦਾ ਕਚਹਿਰੀ ਵੀ ਲਗਾਇਆ ਕਰਦੇ ਸਨ ਅਤੇ ਆਪ ਨਿਆਂਧੀਸ਼ ਦਾ ਕਾਰਜ ਕਰਦੇ ਸਨ। ਔਰ ਅੱਗੇ ਜਾ ਕੇ ਜਿਵੇਂ ਆਪਾਂ ਸਾਰੇ ਜਾਣਦੇ ਹਾਂ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਚੀਜ਼ ਨੂੰ ਅਪਣਾਇਆ ਔਰ ਸਿੱਖਾਂ ਦੇ ਨਾ ਕੇਵਲ ਉਹ ਇੱਕ ਯੋਗ ਸੰਗਠਨਕਰਤਾ, ਸੈਨਾਪਤੀ ਬਣੇ, ਬਲਕਿ ਯੁੱਧਾਂ ਵਿੱਚ ਕਾਮਯਾਬੀ ਦਿਵਾਈ, ਦਲੇਰੀ ਔਰ ਬਹਾਦਰੀ ਉਹਨਾਂ 'ਚ ਭਰ ਦਿੱਤੀ। ਅਗਲਾ ਜਿਹੜਾ ਪੁਆਇੰਟ ਹੈ ਮੁੱਢਲੇ ਜੀਵਨ ਵਿੱਚ, ਲਖਨੌਰ ਵਿਖੇ ਦਸਤਾਰਬੰਦੀ ਦੀ ਰਸਮ। ਜਿਵੇਂ ਕਿ ਆਪਾਂ ਸਾਰੇ ਜਾਣਦੇ ਹਾਂ ਸਿੱਖਾਂ ਦੇ ਵਿੱਚ ਦਸਤਾਰਬੰਦੀ ਦੀ ਜਿਹੜੀ ਰਸਮ ਹੈ ਉਹ ਹੁੰਦੀ ਹੈ। 1671 ਈਸਵੀ ਵਿੱਚ ਗੋਬਿੰਦ ਰਾਏ ਜੀ ਅਤੇ ਉਹਨਾਂ ਦੇ ਮਾਤਾ ਪਿਤਾ ਪਟਨਾ ਛੱਡ ਕੇ ਲਖਨੌਰ ਆ ਗਏ। ਇੱਥੇ ਬਾਲਕ ਦੀ ਦਸਤਾਰਬੰਦੀ ਦੀ ਰਸਮ ਕੀਤੀ ਗਈ। ਉਹਨਾਂ ਦੇ ਵੱਡੇ ਮਾਮਾ ਮਿਹਰ ਚੰਦ ਨੇ ਉਹਨਾਂ ਨੂੰ ਹਰੇ ਰੰਗ ਦੀ ਦਸਤਾਰ ਬਣਾਈ। ਇਸ ਮੌਕੇ ਤੇ ਸਾਹਿਬਜ਼ਾਦਾ ਗੋਬਿੰਦ ਸਿੰਘ ਨੇ ਬੜੇ ਸੁੰਦਰ ਕੱਪੜੇ ਪਾਏ
ਅਤੇ ਉਹਨਾਂ ਨੂੰ ਕੁਝ ਸ਼ਸਤਰਾਂ ਨਾਲ ਵੀ ਸਜਾਇਆ ਗਿਆ। ਅੱਗੇ ਚੌਥਾ ਪੁਆਇੰਟ ਹੈ ਸਿੱਖਿਆ। 1672 ਈਸਵੀ ਦੇ ਰਾਹ ਵਿੱਚ ਗੁਰੂ ਤੇਗ ਬਹਾਦਰ ਜੀ ਆਪਣੇ ਪਰਿਵਾਰ ਸਹਿਤ ਚੱਕ ਨਾਨਕੀ ਅਥਵਾ ਆਨੰਦਪੁਰ ਸਾਹਿਬ ਵਿਖੇ ਆ ਗਏ। ਇੱਥੇ ਗੋਬਿੰਦ ਰਾਏ ਜੀ ਦੀ ਸਿੱਖਿਆ ਦਾ ਉਚਿਤ ਪ੍ਰਬੰਧ ਕੀਤਾ ਗਿਆ। ਕੁਝ ਲੇਖਕਾਂ ਦੇ ਕਥਨ ਅਨੁਸਾਰ ਲਖਨੌਰ ਵਿੱਚ ਹੀ ਉਹਨਾਂ ਨੂੰ ਭਾਈ ਸਾਹਿਬ ਚੰਦ ਨੇ ਗੁਰਮੁਖੀ ਅਤੇ ਭਾਈ ਸਤੀਦਾਸ ਨੇ ਫਾਰਸੀ ਪੜ੍ਹਾਉਣੀ ਸ਼ੁਰੂ ਕੀਤੀ। ਭਾਈ ਸਾਹਿਬ ਚੰਦ ਅਤੇ ਭਾਈ ਸਤੀਦਾਸ ਤੋਂ ਇਲਾਵਾ ਉਹਨਾਂ ਨੇ ਕਈ ਹੋਰ ਅਧਿਆਪਕਾਂ ਤੋਂ ਵੀ ਸਿੱਖਿਆ ਪਾਈ। ਉਹਨਾਂ ਕਾਜ਼ੀ ਪੀਰ ਮੁਹੰਮਦ ਤੋਂ ਫਾਰਸੀ ਅਤੇ ਪੰਡਤ ਹਰਜਸ ਤੋਂ ਸੰਸਕ੍ਰਿਤ ਦਾ ਗਿਆਨ ਪ੍ਰਾਪਤ ਕੀਤਾ। ਬਜਰ ਸਿੰਘ ਨਾਮੀ ਰਾਜਪੂਤ ਨੇ ਉਹਨਾਂ ਨੂੰ ਘੋੜਸਵਾਰੀ ਅਤੇ ਅਸਤਰ ਸ਼ਸਤਰ ਚਲਾਉਣ ਦੀ ਸਿੱਖਿਆ ਦਿੱਤੀ। ਅੱਗੇ ਹੈ ਗੁਰੂ ਗੱਦੀ ਦੀ ਪ੍ਰਾਪਤੀ ਤੇ ਪਿਤਾ ਦੀ ਸ਼ਹੀਦੀ। 8 ਜੁਲਾਈ 1675 ਈਸਵੀ ਨੂੰ ਗੁਰੂ ਤੇਗ ਬਹਾਦਰ ਜੀ ਨੇ ਗੋਬਿੰਦ ਰਾਏ ਜੀ ਨੂੰ ਗੁਰੂ ਗੱਦੀ ਸੌਂਪ ਦਿੱਤੀ। ਵਿਧੀ ਅਨੁਸਾਰ ਉਹਨਾਂ ਨੇ ਆਪਣੇ ਪੁੱਤਰ ਅੱਗੇ ਇੱਕ ਨਾਰੀਅਲ ਤੇ 5 ਪੈਸੇ ਰੱਖੇ। ਇਸ ਪਿੱਛੋਂ 9ਵੇਂ ਗੁਰੂ ਸਾਹਿਬ ਦਿੱਲੀ ਵੱਲ ਚੱਲ ਪਏ। 11 ਨਵੰਬਰ 1675 ਈਸਵੀ ਨੂੰ ਗੁਰੂ ਸਾਹਿਬ ਅਤੇ ਉਹਨਾਂ ਦੇ 3 ਸ਼ਰਧਾਲੂ ਸਿੱਖ ਸਾਥੀਆਂ ਨੂੰ ਇਸਲਾਮ ਧਰਮ ਸਵੀਕਾਰ ਕਰਨ ਤੋਂ ਨਾ ਕਰਨ ਕਾਰਨ ਸ਼ਹੀਦ ਕਰ ਦਿੱਤਾ ਗਿਆ। ਕੁਝ ਦਿਨਾਂ ਪਿੱਛੋਂ ਭਾਈ ਜੈਤਾ ਅਤੇ ਉਹਨਾਂ ਦੇ ਸਾਥੀਆਂ ਦੇ ਯਤਨਾਂ ਵਜੋਂ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸੀਸ ਨੂੰ ਚੱਕ ਨਾਨਕੀ ਵਿੱਚ ਲਿਆਂਦਾ ਗਿਆ ਅਤੇ ਉਹਨਾਂ ਦਾ ਸੰਸਕਾਰ ਕੀਤਾ ਗਿਆ। ਅੱਗੇ ਹੈ 10ਵੇਂ ਪਾਤਸ਼ਾਹੀ ਦਾ ਵਿਵਾਹ ਯਾਨੀ ਕਿ ਸ਼ਾਦੀ। ਗੁਰੂ ਗੋਬਿੰਦ ਸਿੰਘ ਜੀ ਨੇ 3 ਵਿਆਹ ਕੀਤੇ। ਉਹਨਾਂ ਦਾ ਪਹਿਲਾ ਵਿਆਹ 1677 ਈਸਵੀ ਵਿੱਚ ਲਾਹੌਰ ਦੇ ਨਿਵਾਸੀ ਹਰਜਸ ਜਾਂ ਹਰਜੀ ਮੱਲ ਦੀ ਸਪੁੱਤਰੀ ਜੀਤੋ ਜੀ, ਬਾਅਦ ਵਿੱਚ ਜਿਨ੍ਹਾਂ ਦਾ ਨਾਮ ਅਜੀਤ ਕੌਰ ਹੋ ਗਿਆ, ਨਾਲ ਹੋਇਆ। 1684 ਈਸਵੀ ਵਿੱਚ ਗੁਰੂ ਸਾਹਿਬ ਦਾ ਸੁੰਦਰੀ ਜੀ ਨਾਮਕ ਲੜਕੀ ਨਾਲ ਦੂਜਾ ਵਿਆਹ ਹੋਇਆ। ਜੀਤੋ ਜੀ ਦੇ ਦੇਹਾਂਤ ਉਪਰੰਤ ਗੁਰੂ ਸਾਹਿਬ ਨੇ 1701 ਈਸਵੀ ਵਿੱਚ ਸਾਹਿਬ ਦੇਵੀ, ਜਿਨ੍ਹਾਂ ਦਾ ਵਿਆਹ ਤੋਂ ਬਾਅਦ ਨਾਮ ਜਿਹੜਾ ਹੈ ਸਾਹਿਬ ਕੌਰ ਹੋ ਗਿਆ, ਨਾਮੀ ਲੜਕੀ ਨਾਲ ਤੀਜਾ ਵਿਆਹ ਕੀਤਾ। ਗੁਰੂ ਸਾਹਿਬ ਨੇ ਮਜਬੂਰ ਹੋ ਕੇ ਇਹ ਵਿਆਹ ਇੱਕ ਸ਼ਰਤ ਤੇ ਕੀਤਾ ਸੀ, ਵਿਆਹ ਉਪਰੰਤ ਸਾਹਿਬ ਕੌਰ ਕੁਵਾਰੀ ਇਸਤਰੀ ਵਾਂਗ ਹੀ ਰਹੇਗੀ। ਇਸ ਲਈ ਸਿੱਖ ਪਰੰਪਰਾ ਵਿੱਚ ਸਾਹਿਬ ਕੌਰ ਨੂੰ ਕੁਵਾਰਾ ਡੋਲਾ ਕਿਹਾ ਜਾਂਦਾ ਹੈ। ਹੁਣ ਆਪਾਂ ਅੱਗੇ ਪੜ੍ਹਦੇ ਹਾਂ। ਜਦੋਂ 10ਵੇਂ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗੱਦੀ ਦੀ ਪ੍ਰਾਪਤੀ ਹੋਈ, ਉਸ ਸਮੇਂ ਹਾਲਾਤ ਕੈਸੇ ਸਨ? ਕਿਉਂਕਿ 9ਵੇਂ ਗੁਰੂ ਸਾਹਿਬ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ, ਤਾਂ ਬੜਾ ਨੈਚੁਰਲ ਜੀ ਗੱਲ ਹੈ ਕਿ ਹਾਲਾਤ ਇੰਨੇ ਵਧੀਆ ਨਹੀਂ ਸਨ। ਸਰਕਾਰ ਨਾਲ ਯਾਨੀ ਕਿ ਮੁਗਲਾਂ ਨਾਲ ਦੁਸ਼ਮਣੀ ਚੱਲ ਰਹੀ ਸੀ ਔਰ ਲਗਾਤਾਰ ਮੁਗਲ ਜਿਹੜੇ ਨੇ ਉਹ ਸਿੱਖਾਂ ਤੇ ਅਤਿਆਚਾਰ ਕਰ ਰਹੇ ਸਨ। ਤਾਂ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਗੁਰੂ ਗੱਦੀ ਪ੍ਰਾਪਤ ਹੋਈ 10ਵੇਂ ਗੁਰੂ ਸਾਹਿਬ ਗੁਰੂ ਗੋਬਿੰਦ ਸਿੰਘ ਜੀ ਨੂੰ। ਤਾਂ ਸਭ ਤੋਂ ਪਹਿਲੇ ਆਪਾਂ ਹਾਲਾਤ ਪੜ੍ਹਦੇ ਹਾਂ, ਉਹਦੇ 'ਚ ਪ੍ਰਤੀਕੂਲ ਹਾਲਾਤ। 1675 ਈਸਵੀ ਵਿੱਚ ਜਦੋਂ ਗੁਰੂ ਸਾਹਿਬ ਜੀ ਨੂੰ ਗੁਰੂ ਗੱਦੀ ਉੱਤੇ ਬਿਠਾਇਆ ਗਿਆ ਤਾਂ ਉਹਨਾਂ ਦੀ ਉਮਰ 9 ਵਰ੍ਹਿਆਂ ਤੋਂ ਵੀ ਘੱਟ ਸੀ। ਉਸ ਸਮੇਂ ਦੇ ਹਾਲਾਤ ਆਮ ਤੌਰ ਤੇ ਉਹਨਾਂ ਦੇ ਪ੍ਰਤੀਕੂਲ ਸਨ। ਡਾਕਟਰ ਇੰਦੂ ਭੂਸ਼ਣ ਬਨਰਜੀ ਦੇ ਕਥਨ ਅਨੁਸਾਰ ਉਹਨਾਂ ਨੇ ਆਪਣੇ ਆਪ ਨੂੰ ਅਸਾਧਾਰਣ ਕਠਿਨਾਈਆਂ ਦੀ ਹਾਲਤ ਵਿੱਚ ਪਾਇਆ। ਇਸ ਸਮੇਂ ਸਿੱਖ ਧਰਮ ਨੂੰ ਅੰਦਰੂਨੀ ਝਗੜਿਆਂ ਅਤੇ ਬਾਹਰੀ ਭਿਆਨਕ ਕਾਰਵਾਈਆਂ ਦੋਹਾਂ ਤੋਂ ਹੀ ਇੱਕੋ ਜਿਹਾ ਯਾਨੀ ਇੱਕ ਸਮਾਨ ਖਤਰਾ ਸੀ। ਉਹਦੇ ਵਿੱਚ ਸਭ ਤੋਂ ਪਹਿਲਾਂ ਅਗਰ ਆਪਾਂ ਕਾਰਨ ਪੜ੍ਹੀਏ, ਸਭ ਤੋਂ ਪਹਿਲਾਂ ਉਸ ਸਮੇਂ ਦਾ ਮੁਗਲ ਸਮਰਾਟ ਔਰੰਗਜ਼ੇਬ ਕੱਟੜ ਸੁੰਨੀ ਮੁਸਲਮਾਨ ਸੀ ਅਤੇ ਭਾਰਤ ਨੂੰ ਦਾਰੁਲ ਇਸਲਾਮ ਭਾਵ ਇਸਲਾਮ ਦੀ ਧਰਤੀ ਬਣਾਉਣਾ ਚਾਹੁੰਦਾ ਸੀ। ਉਹ ਹਿੰਦੂਆਂ ਅਤੇ ਸਿੱਖਾਂ ਉੱਤੇ ਅਤਿਆਚਾਰ ਕਰ ਰਿਹਾ ਸੀ ਅਤੇ ਉਸ ਦੇ ਆਦੇਸ਼ ਅਨੁਸਾਰ ਗੁਰੂ ਤੇਗ ਬਹਾਦਰ ਜੀ ਅਤੇ ਉਹਨਾਂ ਦੇ 3 ਸ਼ਰਧਾਲੂ ਸਿੱਖਾਂ ਨੂੰ ਬੜੀ ਨਿਰਦੈਤਾ ਨਾਲ ਕਤਲ ਕਰ ਦਿੱਤਾ ਗਿਆ ਸੀ। ਇਸ ਨਾਲ ਬਹੁਤ ਸਾਰੇ ਹਿੰਦੂ ਤੇ ਸਿੱਖ ਭੈਭੀਤ ਹੋ ਗਏ ਸਨ। ਮੁਗਲ ਬਾਦਸ਼ਾਹ ਔਰੰਗਜ਼ੇਬ ਆਪਾਂ ਸਾਰੇ ਇਤਿਹਾਸ ਵਿੱਚ ਪਹਿਲਾਂ ਪੜ੍ਹਿਆ ਹੈ ਛੋਟੀ ਕਲਾਸਾਂ ਦੇ ਵਿੱਚ ਕਿ ਬੜਾ ਹੀ ਅਤਿਆਚਾਰੀ ਨਿਰਦਈ ਰਾਜਾ ਸੀ ਔਰ ਉਹ ਭਾਰਤ ਦੇ ਵਿੱਚ ਵੀ ਸਾਰੇ ਮੁਸਲਮਾਨ ਯਾਨੀ ਕਿ ਇਸਲਾਮ ਦੀ ਧਰਤੀ ਇਸ ਨੂੰ ਬਣਾਉਣਾ ਚਾਹੁੰਦਾ ਸੀ। ਉਹ ਹਿੰਦੂਆਂ ਔਰ ਸਿੱਖਾਂ ਨੂੰ ਪਸੰਦ ਨਹੀਂ ਸੀ ਕਰਦਾ ਔਰ ਇਹੀ ਇੱਕ ਵੱਡਾ ਕਾਰਨ ਸੀ ਕਿ 9ਵੇਂ ਗੁਰੂ ਸਾਹਿਬ ਨੂੰ ਉਸਨੇ ਸ਼ਹੀਦ ਕਰਵਾ ਦਿੱਤਾ ਸੀ। ਦੂਸਰਾ ਇਹਦੇ 'ਚ ਕਾਰਨ ਹੈ ਜੀ, ਪੰਜਾਬ ਦੀਆਂ ਪਹਾੜੀ ਰਿਆਸਤਾਂ ਦੇ ਸ਼ਾਸਕ ਆਮ ਤੌਰ ਤੇ ਮੁਗਲ ਸਰਕਾਰ ਪ੍ਰਤੀ ਵਫਾਦਾਰ ਸਨ। ਭਾਵੇਂ ਕੁਝ ਪਹਾੜੀ ਰਾਜੇ ਸਮੇਂ ਤੇ ਸਿੱਖ ਗੁਰੂ ਸਾਹਿਬਾਨ ਪ੍ਰਤੀ ਆਦਰ ਭਾਵ ਪ੍ਰਗਟ ਕਰਦੇ ਰਹੇ, ਤਾਂ ਵੀ ਉਹਨਾਂ ਦੀ ਸਿੱਖ ਗੁਰੂਆਂ ਨਾਲ ਦਿਲੀ ਮਿੱਤਰਤਾ ਸਥਾਪਿਤ ਨਹੀਂ ਹੋ ਸਕੀ ਸੀ। ਇਸ ਦਾ ਪ੍ਰਮੁੱਖ ਕਾਰਨ ਇਹ ਸੀ ਕਿ ਪਹਾੜੀ ਰਾਜੇ ਮੂਰਤੀ ਪੂਜਾ ਅਤੇ ਜਾਤ-ਪਾਤ ਵਿੱਚ ਵਿਸ਼ਵਾਸ ਰੱਖਦੇ ਸਨ, ਪਰੰਤੂ ਗੁਰੂ ਸਾਹਿਬ ਨੂੰ ਇਹਨਾਂ ਪ੍ਰਥਾਵਾਂ ਦਾ ਉਹਨਾਂ ਨੇ ਵਿਰੋਧ ਕੀਤਾ ਸੀ। ਗੁਰੂ ਗੋਬਿੰਦ ਸਿੰਘ ਜੀ ਨੂੰ ਪਹਾੜੀ ਰਾਜਿਆਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਅਤੇ ਮਜਬੂਰ ਹੋ ਕੇ ਉਹਨਾਂ ਨਾਲ ਯੁੱਧ ਵੀ ਲੜਨੇ ਪਏ। ਤੀਸਰਾ ਉਹਦੇ 'ਚ ਹੈ ਪੰਜਾਬ ਦੇ ਸਥਾਨਕ ਮੁਗਲ ਸੂਬੇਦਾਰ, ਫੌਜਦਾਰ ਤੇ ਹੋਰ ਅਧਿਕਾਰੀ ਵੀ ਹੱਠ ਧਰਮੀ ਸਨ, ਜੋ ਸਿੱਖ ਧਰਮ
ਦੀ ਨਿੱਤ ਵੱਧ ਰਹੀ ਲੋਕਪ੍ਰਿਯਤਾ ਨੂੰ ਬਰਦਾਸ਼ਤ ਨਹੀਂ ਕਰ ਪਾ ਰਹੇ ਸਨ। ਉਹਨਾਂ ਨੇ ਪਰਬਤੀ ਰਿਆਸਤਾਂ ਦੇ ਸ਼ਾਸਕਾਂ ਨੂੰ ਵੀ ਗੁਰੂ ਸਾਹਿਬ ਦੇ ਵਿਰੁੱਧ ਉਕਸਾਇਆ। ਚੌਥਾ ਉਹਦੇ 'ਚ ਕਾਰਨ ਹੈ ਗੁਰੂ ਹਰ ਰਾਏ ਜੀ, ਗੁਰੂ ਹਰਕ੍ਰਿਸ਼ਨ ਜੀ ਅਤੇ ਗੁਰੂ ਤੇਗ ਬਹਾਦਰ ਜੀ ਨੇ ਪੂਰਨ ਰੂਪ ਵਿੱਚ ਸ਼ਾਂਤੀ ਦੀ ਨੀਤੀ ਅਪਣਾਈ ਸੀ, ਜਿਸ ਦੇ ਸਿੱਟੇ ਵਜੋਂ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਕਾਇਮ ਕੀਤੇ ਗਏ ਸੰਤ ਸਿਪਾਹੀ ਹੁਣ ਢਿੱਲੇ ਪੈ ਗਏ ਸਨ ਅਤੇ ਸਿੱਖ ਸੰਪਰਦਾ ਵਿੱਚ ਸੰਗਠਨ ਦੁਰਬਲ ਹੋਣਾ ਸ਼ੁਰੂ ਹੋ ਗਿਆ ਸੀ। ਇਹ ਵੀ ਆਪਾਂ ਸਾਰੇ ਜਾਣਦੇ ਹਾਂ ਕਿ ਜਦੋਂ ਪੰਜਵੇਂ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਮੁਗਲ ਬਾਦਸ਼ਾਹ ਜਹਾਂਗੀਰ ਦੇ ਟਾਈਮ ਤੇ ਹੋਈ ਸੀ, ਤਾਂ ਉਸ ਵੇਲੇ ਸਿੱਖਾਂ ਦੇ ਵਿੱਚ ਬਦਲੇ ਦੀ ਭਾਵਨਾ, ਜੋਸ਼ ਦੀ ਭਾਵਨਾ, ਦਲੇਰੀ ਦੀ ਭਾਵਨਾ, ਤਿਆਗ ਦੀ ਭਾਵਨਾ ਔਰ ਧਰਮ ਲਈ ਮਰ ਮਿਟਣ ਦੀ ਇੱਕ ਭਾਵਨਾ ਪੈਦਾ ਹੋਈ ਸੀ। ਲੇਕਿਨ ਉਸ ਤੋਂ ਬਾਅਦ 6ਵੇਂ ਗੁਰੂ ਸਾਹਿਬ ਜੀ ਤੋਂ ਬਾਅਦ 7ਵੇਂ ਗੁਰੂ ਗੁਰੂ ਹਰ ਰਾਏ ਜੀ ਔਰ ਫਿਰ 8ਵੇਂ ਗੁਰੂ ਗੁਰੂ ਹਰਕ੍ਰਿਸ਼ਨ ਜੀ ਅਤੇ 9ਵੇਂ ਗੁਰੂ ਗੁਰੂ ਤੇਗ ਬਹਾਦਰ ਜੀ, ਇਹਨਾਂ ਸਾਰਿਆਂ ਨੇ ਪੂਰਨ ਸ਼ਾਂਤੀ ਦੀ ਨੀਤੀ ਅਪਣਾਈ। ਯਾਨੀ ਸਰਕਾਰ ਨਾਲ ਕੋਈ ਕਿਸੇ ਤਰ੍ਹਾਂ ਦਾ ਕੋਈ ਝਗੜਾ, ਕੋਈ ਮਤਭੇਦ ਇਹਨਾਂ ਦੇ ਸਮੇਂ 'ਤੇ ਨਹੀਂ ਹੋਇਆ। ਤਾਂ ਹੁਣ ਕਿਉਂਕਿ ਲੰਬਾ ਟਾਈਮ ਨਿਕਲ ਗਿਆ, ਤਾਂ ਸਿੱਖਾਂ ਦੇ ਵਿੱਚ ਜੋ ਜੋਸ਼ 6ਵੇਂ ਗੁਰੂ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਦੁਆਰਾ ਪੈਦਾ ਕੀਤਾ ਗਿਆ ਸੀ, ਉਸ ਟਾਈਮ 'ਤੇ ਜੋ ਇੱਕ ਦਲੇਰੀ, ਇੱਕ ਬਹਾਦਰੀ ਔਰ ਇੱਕ ਜੋਸ਼ ਸਿੱਖਾਂ 'ਚ ਭਰਿਆ ਗਿਆ ਸੀ। ਸੰਤ ਸਿਪਾਹੀ ਬਣੇ ਸਨ, ਸੰਤ ਨਾਲ ਸਿਪਾਹੀ, ਯਾਨੀ ਕਿ ਸੰਤ ਵੀ ਔਰ ਸਿਪਾਹੀ ਵਾਲੇ ਗੁਣ ਵੀ ਜਿੱਥੇ ਹੋਣ, ਉਹ ਹੁਣ ਕਿਉਂਕਿ ਸਮਾਂ ਹੋ ਗਿਆ ਸੀ ਤਾਂ ਢਿੱਲੇ ਪੈ ਚੁੱਕੇ ਸਨ। ਤਾਂ ਇਸ ਕਰਕੇ ਜਿਹੜਾ ਸੰਗਠਨ ਹੈ ਸਿੱਖਾਂ ਦਾ, ਉਹ ਅੱਗੇ ਨਾਲੋਂ ਕਮਜ਼ੋਰ ਹੁੰਦਾ ਜਾ ਰਿਹਾ ਸੀ। ਪੰਜਵਾਂ ਕਾਰਨ ਉਹਦੇ 'ਚ ਪੜ੍ਹਦੇ ਹਾਂ ਜੀ, ਮਸੰਦ ਲੋਕ ਸਵਾਰਥੀ, ਹੰਕਾਰੀ ਅਤੇ ਭ੍ਰਿਸ਼ਟਾਚਾਰੀ ਹੋ ਗਏ ਸਨ। ਗੁਰੂ ਗੱਦੀ ਲਈ ਝਗੜਿਆਂ ਦਾ ਪੂਰਾ ਲਾਭ ਉਠਾਉਂਦਿਆਂ ਹੋਇਆਂ ਉਹ ਆਮ ਤੌਰ 'ਤੇ ਗੁਰੂ ਸਾਹਿਬਾਨ ਦੇ ਵਿਰੋਧੀਆਂ ਨਾਲ ਮਿਲ ਜਾਂਦੇ ਸਨ। ਅੰਮ੍ਰਿਤਸਰ ਦੇ ਮਸੰਦਾਂ ਨੇ ਤਾਂ ਗੁਰੂ ਤੇਗ ਬਹਾਦਰ ਜੀ ਨੂੰ ਹਰਿਮੰਦਰ ਸਾਹਿਬ ਵਿੱਚ ਦਾਖਲ ਵੀ ਨਹੀਂ ਹੋਣ ਦਿੱਤਾ ਸੀ ਔਰ ਉਹਨਾਂ 'ਤੇ ਗੋਲੀ ਵੀ ਬਕਾਇਦਾ ਚਲਾਈ ਸੀ। ਤਾਂ ਮਸੰਦ, ਕਿਉਂਕਿ ਪੈਸਾ ਜਿਹੜਾ ਹੈ ਉਹ ਵਿਅਕਤੀ ਨੂੰ ਹੰਕਾਰੀ ਬਣਾ ਦਿੰਦਾ ਹੈ, ਉਹ ਮਸੰਦ ਜਿਹੜੇ ਨੇ ਉਹ ਕਿਉਂਕਿ ਪੈਸਾ ਇਕੱਠਾ ਗੁਰੂ ਦੇ ਨਾਮ 'ਤੇ ਹਾਲਾਂਕਿ ਸਿੱਖਾਂ ਕੋਲੋਂ ਕਰਦੇ ਸੀ, ਲੇਕਿਨ ਜ਼ਿਆਦਾਤਰ ਹੌਲੀ ਉਹ ਇਸ ਮਾਮਲੇ 'ਚ ਕਰਪਟ ਹੋ ਗਏ ਸੀ ਔਰ ਉਸ ਪੈਸੇ ਨਾਲ ਉਹਨਾਂ ਨੇ ਬਦਮਾਸ਼ਾਂ ਦੀ ਫੌਜ ਕਹਿ ਸਕਦੇ ਆ ਉਹ ਖੜੀ ਕਰ ਲਈ ਔਰ ਉਸ ਪੈਸੇ ਦਾ ਇਸਤੇਮਾਲ ਗੁਰੂ ਜੀ ਦੇ ਖਿਲਾਫ ਹੀ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਵੀ ਹਾਲਾਤ 10ਵੇਂ ਪਾਤਸ਼ਾਹੀ ਦੇ ਗੁਰੂ ਗੱਦੀ ਸੰਭਾਲਣ ਵੇਲੇ ਸੀ। 6ਵਾਂ ਆਪਾਂ ਉਹਦੇ 'ਚ ਪੜ੍ਹਦੇ ਹਾਂ, ਗੁਰੂ ਰਾਮਦਾਸ ਜੀ ਦੇ ਸਮੇਂ ਤੋਂ ਗੁਰੂ ਜਿਹੜਾ ਪਦ ਹੈ ਉਹ ਜੱਦੀ ਹੋ ਜਾਣ ਕਾਰਨ ਗੁਰੂ ਗੱਦੀ ਲਈ ਝਗੜੇ ਹੋਣ ਲੱਗ ਪਏ ਸਨ। ਗੁਰੂ ਸਾਹਿਬਾਨ ਦੇ ਵਿਰੋਧੀਆਂ ਮੀਣਿਆਂ, ਤੀਰ ਮੱਲੀਆਂ ਅਤੇ ਰਾਮ ਰਾਈਆਂ ਨੇ ਆਪਣੀਆਂ ਅੱਡ ਸੰਪਰਦਾਵਾਂ ਚਲਾ ਲਈਆਂ ਸਨ। ਉਹ ਭ੍ਰਿਸ਼ਟਾਚਾਰੀ ਮਸੰਦਾਂ ਨਾਲ ਮਿਲ ਕੇ ਸਿੱਖਾਂ ਨੂੰ ਆਪਣੇ ਵੱਲ ਖਿੱਚਣ ਅਤੇ ਉਹਨਾਂ ਦੇ ਧਨ ਨੂੰ ਲੁੱਟਣ ਦੇ ਯਤਨ ਕਰ ਰਹੇ ਸਨ। ਤਾਂ ਇਹ ਉਹ ਕਠਿਨ ਹਾਲਾਤ ਸੀ ਜਿਨ੍ਹਾਂ ਦਾ ਸਾਹਮਣਾ 10ਵੀਂ ਪਾਤਸ਼ਾਹੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰੂ ਗੱਦੀ ਸੰਭਾਲਣ ਵੇਲੇ ਕਰਨਾ ਪਿਆ। ਲੇਕਿਨ ਇਹਨਾਂ ਕਠਿਨ ਹਾਲਾਤਾਂ ਦੇ ਬਾਵਜੂਦ ਐਸੇ ਵੀ ਹਾਲਾਤ ਸਨ ਜਿਨ੍ਹਾਂ ਨੇ 10ਵੇਂ ਗੁਰੂ ਸਾਹਿਬ ਦਾ ਸਾਥ ਦਿੱਤਾ। ਅੱਗੇ ਆਪਾਂ ਹੁਣ ਉਹਨਾਂ ਬਾਰੇ ਪੜ੍ਹਦੇ ਹਾਂ। ਅਨੁਕੂਲ ਹਾਲਾਤ ਦੇ ਵਿੱਚ ਉਪਰੋਕਤ ਪ੍ਰਤੀਕੂਲ ਪ੍ਰਸਥਿਤੀਆਂ ਦੇ ਨਾਲ ਕੁਝ ਅਨੁਕੂਲ ਹਾਲਾਤ ਵੀ ਸਨ ਜਿਹੜੇ ਉਹਨਾਂ ਲਈ ਸਹਾਇਕ ਸਿੱਧ ਹੋਏ। ਉਹਦੇ ਵਿੱਚ ਪਹਿਲਾ ਹੈ, ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਉਹਨਾਂ ਦੇ ਪੂਰਵ ਅਧਿਕਾਰੀਆਂ ਦੀ ਦੇਖ ਰੇਖ ਵਿੱਚ ਸਿੱਖ ਧਰਮ ਦੀਆਂ ਜੜ੍ਹਾਂ ਡੂੰਘੀਆਂ ਹੋ ਚੁੱਕੀਆਂ ਸਨ ਅਤੇ ਇਸ ਦਾ ਕਾਫੀ ਵਿਕਾਸ ਹੋ ਚੁੱਕਿਆ ਸੀ। ਸਿੱਖਾਂ ਨੇ ਆਪਣੇ ਤੀਰਥ ਸਥਾਨ, ਆਪਣਾ ਧਾਰਮਿਕ ਗ੍ਰੰਥ ਅਤੇ ਸੰਗਤ, ਲੰਗਰ ਆਦਿ ਸੰਸਥਾਵਾਂ ਹੋਂਦ ਵਿੱਚ ਆ ਗਈਆਂ ਸਨ। ਗੁਰੂ ਹਰਗੋਬਿੰਦ ਸਾਹਿਬ ਨੇ ਸੈਨਾ ਦਾ ਸੰਗਠਨ ਕਰਕੇ ਸਿੱਖਾਂ ਨੂੰ ਸੰਤ ਸਿਪਾਹੀਆਂ ਦੇ ਰੂਪ ਵਿੱਚ ਬਦਲ ਦਿੱਤਾ ਸੀ। ਸਪਸ਼ਟ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪੂਰਵ ਅਧਿਕਾਰੀਆਂ ਤੋਂ ਜੋ ਵਿਰਾਸਤ ਵਿੱਚ ਗ੍ਰਹਿਣ ਕੀਤਾ ਸੀ ਉਹ ਉਹਨਾਂ ਦੇ ਸ਼ਾਨਦਾਰ ਜੀਵਨ ਲਈ ਬਹੁਤ ਜ਼ਿਆਦਾ ਸਹਾਇਕ ਸਿੱਧ ਹੋਇਆ। ਦੂਸਰੀ ਜਿਹੜੀ ਆਪਾਂ ਗੱਲ ਕਰਾਂਗੇ, ਪਹਿਲੀ ਜਿਹੜਾ ਇਸ ਪੁਆਇੰਟ ਦੇ ਵਿੱਚ ਸੀ, ਕਿਉਂਕਿ ਜਦੋਂ 10ਵੇਂ ਗੁਰੂ ਸਾਹਿਬ ਨੇ ਗੁਰੂ ਗੱਦੀ ਸੰਭਾਲੀ ਤਾਂ 9 ਗੁਰੂਆਂ ਨੇ ਜੋ ਵਿਰਾਸਤ ਉਹਨਾਂ ਲਈ ਛੱਡੀ ਤਾਂ ਉਹ ਉਹਨਾਂ ਦੇ ਲਈ ਬੜੀ ਅਨੁਕੂਲ ਸੀ। ਦੂਸਰੀ, ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਤੇ ਸਿੱਖਾਂ ਉੱਤੇ ਬੜਾ ਡੂੰਘਾ ਅਸਰ ਪਿਆ। ਇੱਕ ਪਾਸੇ ਤਾਂ ਉਹ ਗੁਰੂ ਸਾਹਿਬ ਦੇ ਬਲੀਦਾਨ ਦੀ ਵਡਿਆਈ ਕਰਨ ਲੱਗੇ ਅਤੇ ਦੂਜੇ ਪਾਸੇ ਗੁਰੂ ਗੱਦੀ ਲਈ ਉਹਨਾਂ ਦੀ ਸ਼ਰਧਾ ਹੋਰ ਵੱਧ ਗਈ, ਕਿਉਂਕਿ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਔਰ ਖਾਸ ਕਰ ਜਿਹੜੇ ਦੂਸਰੇ ਧਰਮ ਦੇ ਲੋਕਾਂ ਨੂੰ ਵੀ ਪਤਾ ਲੱਗਿਆ ਕਿ 9ਵੇਂ ਗੁਰੂ ਸਾਹਿਬ ਗੁਰੂ ਤੇਗ ਬਹਾਦਰ ਜੀ ਨੇ ਧਰਮ ਦੇ ਲਈ ਜਾਨ ਦਿੱਤੀ ਹੈ, ਮਾਨ ਨਾਲੋਂ ਜਾਨ ਦਾ ਕੋਈ ਮਹੱਤਵ ਨਹੀਂ ਸਮਝਿਆ, ਯਾਨੀ ਉਹਨਾਂ ਲਈ ਮਾਨ ਪਹਿਲਾਂ ਸੀ, ਧਰਮ ਪਹਿਲਾਂ ਸੀ ਔਰ ਜਾਨ ਜਿਹੜੀ ਹੈ ਉਹ ਬਾਅਦ ਵਿੱਚ ਸੀ। ਤਾਂ ਇਸ ਨਾਲ ਜਿਹੜਾ ਸਿੱਖਾਂ ਦਾ ਮਾਨ ਸਨਮਾਨ ਬਹੁਤ ਵਧਿਆ। ਤੀਸਰੇ ਆਪਾਂ ਪੜ੍ਹਾਂਗੇ, ਔਰੰਗਜ਼ੇਬ ਦੀ ਹਿੰਦੂਆਂ ਉੱਤੇ ਜ਼ੁਲਮ ਕਰਨ ਦੀ ਨੀਤੀ ਕਾਰਨ ਸਮਰਾਜ ਦੇ ਵੱਖ-ਵੱਖ ਹਿੱਸਿਆਂ ਵਿੱਚ ਜੱਟਾਂ, ਸਤਨਾਮੀਆਂ, ਰਾਜਪੂਤਾਂ, ਮਰਾਠਿਆਂ ਆਦਿ ਨੇ ਵਿਦਰੋਹ ਕਰ ਦਿੱਤੇ। 1681 ਈਸਵੀ ਪਿੱਛੋਂ ਔਰੰਗਜ਼ੇਬ ਦੱਖਣੀ ਭਾਰਤ ਦੇ ਲੰਬੇ ਯੁੱਧਾਂ ਵਿੱਚ ਉਲਝ ਗਿਆ। ਇਸ ਕਾਰਨ ਉਹ ਸਿੱਖਾਂ ਵਿਰੁੱਧ ਵਿਸ਼ਾਲ ਸੈਨਾ ਭੇਜਣ ਵਿੱਚ ਅਸਮਰਥ ਸੀ। ਤਾਂ ਇਹ ਵੀ
10ਵੇਂ ਗੁਰੂ ਸਾਹਿਬ ਲਈ ਇੱਕ ਸਹਾਇਕ ਕਾਰਨ ਜਿਹੜਾ ਹੈ ਉਹ ਬਣ ਗਿਆ। ਅਗਲਾ ਹੈ, ਪੰਜਾਬ ਦੇ ਪਰਬਤੀ ਸ਼ਾਸਕਾਂ ਦੀ ਆਪਸ ਵਿੱਚ ਨਹੀਂ ਬਣਦੀ ਸੀ। ਉਹਨਾਂ ਦੀ ਆਪਸੀ ਫੁੱਟ ਤੇ ਦੁਸ਼ਮਣੀ ਗੁਰੂ ਸਾਹਿਬ ਅਤੇ ਉਹਨਾਂ ਦੇ ਸਿੱਖਾਂ ਲਈ ਸਹਾਇਕ ਸਿੱਧ ਹੋਈ। ਜੇ ਕੋਈ ਇੱਕ ਪਹਾੜੀ ਰਾਜਾ ਗੁਰੂ ਸਾਹਿਬ ਦੇ ਵਿਰੁੱਧ ਹੁੰਦਾ ਤਾਂ ਦੂਜਾ ਗੁਰੂ ਸਾਹਿਬ ਜੀ ਦਾ ਸਵਾਗਤ ਕਰਦਾ, ਯਾਨੀ ਕਿ ਸਾਥ ਦਿੰਦਾ। ਅਗਲਾ ਪੁਆਇੰਟ ਹੈ 5ਵਾਂ, ਗੁਰੂ ਤੇਗ ਬਹਾਦਰ ਜੀ ਦੀ 1673 ਤੋਂ 75 ਈਸਵੀ ਵਿੱਚ ਮਾਲਵਾ ਅਤੇ ਬਾਂਗਰ ਪ੍ਰਦੇਸ਼ਾਂ ਦੀ ਯਾਤਰਾ ਦੌਰਾਨ ਬਹੁਤ ਸਾਰੇ ਜੱਟ ਸਿੱਖ ਜਿਹੜੇ ਸੀ ਉਹ ਸਿੱਖ ਧਰਮ ਦੇ ਵਿੱਚ ਸ਼ਾਮਲ ਹੋ ਗਏ। ਉਹ ਬੜੇ ਹਿੰਮਤੀ, ਬਹਾਦਰ ਅਤੇ ਨਿਡਰ ਸਨ, ਜੋ ਗੁਰੂ ਸਾਹਿਬ ਲਈ ਸੈਨਾ ਦਾ ਪੁਨਰਗਠਨ ਕਰਨ ਅਤੇ ਪਿੱਛੇ ਮੁਗਲਾਂ ਨਾਲ ਯੁੱਧ ਕਰਨ ਵਿੱਚ ਬੜੇ ਸਹਾਇਕ ਸਿੱਧ ਹੋਏ। ਤਾਂ ਜੱਟਾਂ ਦੀ ਦਲੇਰੀ, ਬਹਾਦਰੀ ਨੂੰ ਆਪਾਂ ਸਾਰੇ ਜਾਣਦੇ ਹਾਂ, ਤਾਂ ਉਹ ਗੁਰੂ ਜੀ ਲਈ ਇੱਕ ਸਹਾਇਕ ਤੱਤ ਜਿਹੜਾ ਹੈ ਉਹ ਸਿੱਧ ਹੋਏ। ਅਗਲਾ ਪੁਆਇੰਟ ਕਰਦੇ ਹਾਂ, ਗੁਰੂ ਸਾਹਿਬ ਦੀ ਨਾਬਾਲਗੀ ਦੌਰਾਨ ਉਹਨਾਂ ਦੇ ਮਾਮਾ ਕਿਰਪਾਲ ਚੰਦ, ਜੋ ਬੜੇ ਯੋਗ ਅਤੇ ਬੁੱਧੀਮਾਨ ਵਿਅਕਤੀ ਸਨ, ਉਹਨਾਂ ਦੇ ਅਮਲੀ ਰੂਪ ਵਿੱਚ ਸਰਪ੍ਰਸਤ ਰਹੇ ਸਨ। ਉਹਨਾਂ ਨੇ ਗੁਰੂ ਜੀ ਦੀ ਸਿੱਖਿਆ ਲਈ ਉਚਿਤ ਪ੍ਰਬੰਧ ਕੀਤਾ ਅਤੇ ਸਿੱਖ ਧਰਮ ਦੀ ਰੱਖਿਆ ਲਈ ਹਾਲਾਤ ਅਨੁਸਾਰ ਆਰੰਭਕ ਜਿਹੜੇ ਲੋੜੀਂਦੇ ਕੰਮ ਸੀ ਉਹ ਕੀਤੇ। ਇਹਨਾਂ ਅਨੁਕੂਲ ਪਰਿਸਥਿਤੀਆਂ ਤੋਂ ਇਲਾਵਾ ਗੁਰੂ ਗੋਬਿੰਦ ਸਿੰਘ ਜੀ ਅਸਾਧਾਰਨ ਨਿੱਜੀ ਗੁਣਾਂ ਦੇ ਵੀ ਮਾਲਕ ਸਨ। ਕੁਝ ਹੀ ਵਰ੍ਹਿਆਂ ਦੀ ਸਿੱਖਿਆ ਉਪਰੰਤ ਉਹਨਾਂ ਨੇ ਆਪਣੇ ਆਪ ਨੂੰ ਇੱਕ ਬਹਾਦਰ ਤੇ ਯੋਗ ਸੈਨਾਨਾਇਕ, ਪ੍ਰਤਿਭਾਸ਼ਾਲੀ ਕਵੀ ਤੇ ਵਿਦਵਾਨ, ਉੱਤਮ ਸੰਗਠਨਕਰਤਾ ਤੇ ਮਹਾਨ ਧਾਰਮਿਕ ਆਗੂ ਸਿੱਧ ਕੀਤਾ। ਗੁਰੂ ਗੋਬਿੰਦ ਸਿੰਘ ਜੀ ਨੇ 1699 ਈਸਵੀ ਵਿੱਚ ਖਾਲਸਾ ਦੀ ਸਾਜਨਾ ਕੀਤੀ। ਇਸ ਲਈ ਉਹਨਾਂ ਦੇ ਗੁਰੂ ਕਾਲ ਨੂੰ 2 ਭਾਗਾਂ ਵਿੱਚ ਵੰਡਿਆ ਜਾ ਸਕਦਾ ਹੈ। ਹੁਣ 2 ਭਾਗ ਕਿਹੜੇ ਨੇ? ਪਹਿਲਾ ਹੈ ਪੂਰਵ ਖਾਲਸਾ ਕਾਲ ਔਰ ਫਿਰ ਹੈ ਖਾਲਸਾ ਕਾਲ, ਯਾਨੀ ਖਾਲਸਾ ਦੀ ਸਥਾਪਨਾ ਤੋਂ ਬਾਅਦ ਦਾ ਸਮਾਂ। ਇਹ ਬੇਟੇ ਆਪਾਂ ਅਗਲੀ ਵੀਡੀਓ ਦੇ ਵਿੱਚ ਪੜ੍ਹਾਂਗੇ। ਤਾਂ ਇੱਕ ਵਾਰੀ ਫੇਰ ਬੇਟੇ ਮੈਂ ਯਾਦ ਕਰਾਉਣਾ ਚਾਹਾਂਗਾ ਕਿ ਅਗਰ ਕਿਸੇ ਵੀ ਬੱਚੇ ਨੇ ਸਕੂਲ ਦਾ ਇਹ YouTube ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ। ਵੀਡੀਓ ਅਗਰ ਤੁਹਾਨੂੰ ਅੱਛੀ ਲੱਗੀ ਹੈ ਤਾਂ ਜ਼ਰੂਰ ਕਮੈਂਟ ਦੇ ਵਿੱਚ ਕਰਿਆ ਕਰੋ। ਵੀਡੀਓ ਨੂੰ ਲਾਈਕ ਕਰੋ, ਉਸ ਨੂੰ ਸ਼ੇਅਰ ਵੀ ਜ਼ਰੂਰ ਕਰੋ। ਥੈਂਕ ਯੂ।